श्री वाहिगुरु साहिब जीओ। उठे प्रभु मंदिर को गई, नाना रस आहार रच लय अच लय। उठे प्रभु मंदिर को गई, नाना रस आहार अच लय। सतनाम श्री वाहिगुरु जी। भूल जो चूक पई अमते, गुर किंकर सो तुम ते बख्शावत। लाज रखो निज नामै की, सिख मैं तुमरो जग माहे कहावत। तू बखसंद सदा सुखदायक, मोह मन नाहे बिकै छुटकावत। लोहो ते हेम अरंड ते चंदन, मानुक ते सुर तोई बनावत। एकांकार सतगुरु ते प्रसाद सच होई। भोए गुरु जी की फतेह, विघ्न विनाशन सोए। भोए गुरु जी की फतेह, विघ्न विनाशन सोए। वाहिगुरु जी का खालसा, वाहिगुरु जी की फतेह। परम सत्कारयोग गुरु रूप खालसा साध संगत जी, जितने भी माई भाई नेमी प्रेमी दूरों नेड़े चल करके महापुरखों के पवित्र पावन स्थान अथवा गुरु बाबा जी दे सचखंड दरबार दे विच पहुँचे हो। सतगुरां दे चरनां 'च हाज़री लवाउण वास्ते अपनियां चित्त वृत्तियां बाहरों कागर करन दी खिचल करो। भगत वशल पतत पावन दीना बंधु, तिन्ने लोगां दे मालिक सांझे रहबर निरंकारी जोत श्री गुरु गोबिंद सिंह जी महाराज दी पावन कथा चल रही है। पिछले प्रकारों के विच असीं ये विचार सरवण कीती, जेड़े जेड़े कवि लिखारी विद्वान दशमेश पिता दे दरबार दे विच रहा करदे सी, उन्हां नूं पता लग गया भी इस वक्त हिंदुस्तान दे विच साडे वर्गे विद्वानां दी, कवियां दी, लिखारियां दी होर किसे ने कदर नहीं करनी। जिहड़े ने हुण बड़े बड़े राजे महाराजे, ये तां पब्लिक दा भी खून चूसण लग पे हैं। इहो जिहा भयानक समा उस टाइम ते हिंदुस्तान के लोगों के उपर आ चुकिया सी। बादशाह औरंगजेब का नाम ही सुन करके बड़े बड़े जड़े जोधे सूरमे कंबण लग जाते सन। इन्हां कवियां लिखारियां विद्वानां नूं भी बादशाह औरंगजेब ने बड़ा तंग किया होया सी। कह लग्या किसी ने कोई भी हो जी तवारीख अपने वालों नहीं लिखनी। भाई नंद लाल जैसे श्रद्धालु प्रेमी अरबी फारसी के बड़े कामल विद्वान, उन्होंने भी ये किमें अपने दीन इस्लाम दे विच लियाउणा चाहुंदा सी। जदों भी किते बादशाह औरंगजेब नूं किसे हो जाए सियाणे दिमागदार या फिर तेज बुद्धि वाले प्राणी दे बारे पता लग जाता, उन्होंने फिर अपने दीन इस्लाम दे विच लियाउण दी बड़ी कोशिश करया करदा सी।
ਪਰ ਜਦੋਂ ਹੁਣ ਇਹ ਖਬਰਾਂ ਇਹਨਾਂ ਸਾਰਿਆਂ ਨੂੰ ਪਹਿਲਾਂ ਹੀ ਪਤਾ ਲੱਗ ਚੁੱਕੇ ਹੈ ਵੀ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਤੋਂ ਬਗੈਰ ਬਾਦਸ਼ਾਹ ਔਰੰਗਜ਼ੇਬ ਦੇ ਨਾਲ ਕੋਈ ਵੀ ਮੱਥਾ ਨਹੀਂ ਲਾ ਸਕਦਾ। ਹੋਰ ਜਿਹੜੇ ਰਾਜੇ ਰਾਣੇ ਰਿਆਸਤਾਂ ਦੇ ਮਾਲਕ ਇਹ ਤਾਂ ਪਹਿਲਾਂ ਹੀ ਬਾਦਸ਼ਾਹ ਦੇ ਅਧੀਨ ਹੋ ਚੁੱਕੇ ਹਨ। ਇਹਨਾਂ ਨੇ ਸਾਡਾ ਕੀ ਸਵਾਰਨ ਹੈ, ਕੋਈ ਵੀ ਵੱਡਾ ਤੋਂ ਵੱਡਾ ਅਹਿਲਕਾਰ ਨਵਾਬ ਹੈ ਆਪਣੇ ਪਾਸ ਸਾਨੂੰ ਰੱਖ ਹੀ ਨਹੀਂ ਸਕਦਾ। ਪਰ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਬੇਪਰਵਾਹ ਇਹਨਾਂ ਦੇ ਪਾਸ ਕੋਈ ਆ ਜੇ, ਗਰੀਬ ਹੈ ਅਮੀਰ ਹੈ ਵਿਦਵਾਨ ਹੈ, ਸਤਿਗੁਰੂ ਜੀ ਨੇ ਤਾਂ ਬਹੁਤ ਵੱਡਾ ਮਹਾਨ ਪਰਉਪਕਾਰ ਚਾਰੇ ਵਰਨਾਂ ਦੇ ਲੋਕਾਂ ਦੇ ਉੱਪਰ ਹੀ ਕਰ ਦਿੱਤਾ ਸੀ। ਜਿਹੜੇ ਇਸ ਖਾਲਸਾ ਪੰਥ ਦੇ ਵਿੱਚ ਪ੍ਰਵੇਸ਼ ਹੋ ਗਏ, ਜਿਨ੍ਹਾਂ ਨੇ ਵੀ ਸਤਿਗੁਰੂ ਜੀ ਦੀ ਆਗਿਆ ਦਾ ਪਾਲਣ ਕਰਦਿਆਂ ਹੋਇਆਂ ਇਲਾਹੀ ਦਾਤ ਪ੍ਰਾਪਤ ਕਰ ਲਈ, ਉਹ ਵੀ ਬਹੁਤ ਵੱਡੇ ਮਹਾਨ ਯੋਧੇ ਸੂਰਮਿਆਂ ਦੇ ਸਮਾਨ ਬਣ ਚੁੱਕੇ ਸੀ। ਖਾਲਸੇ ਦਾ ਵੱਧਦਾ ਹੋਇਆ ਤੇਜ ਪ੍ਰਤਾਪ ਦੇ ਕਰਕੇ ਆ ਭੀਮ ਚੰਦ ਵਰਗੇ ਵੀ ਬੜੇ ਖਿਜਿਆ ਕਰਦੇ ਸੀ ਵੀ ਜਿਨ੍ਹਾਂ ਲੋਕਾਂ ਨੂੰ ਅਸੀਂ ਆਪਣੇ ਪੈਰ ਦੀ ਜੁੱਤੀ ਸਮਝਿਆ ਹੋਇਆ ਸੀ ਵੀ ਬਾਂਹ ਫਕੜ ਕੇ ਜਿੱਧਰ ਮਰਜ਼ੀ ਇਹਨਾਂ ਨੂੰ ਲਗਾ ਲਓ, ਜਵਾਬ ਨਹੀਂ ਦੇ ਸਕਦੇ। ਇਤਨਾ ਕਾਇਰਪਣਾ ਚਾਰੇ ਵਰਨਾਂ ਦੇ ਲੋਕਾਂ ਦੇ ਮਨਾਂ ਦੇ ਅੰਦਰ ਸਦੀਆਂ ਤੋਂ ਹੀ ਪੈਦਾ ਹੋ ਚੁੱਕਿਆ ਸੀ। ਪਰ ਹੁਣ ਇਹ ਤਾਂ ਸਾਡੀ ਕੋਈ ਕਾਨ ਕਨੌੜ ਹੀ ਨਹੀਂ ਸਮਝਦੇ ਹਨ। ਵਿਦਵਾਨ ਕਵੀ ਲਿਖਾਰੀ ਇਹਨਾਂ ਨੂੰ ਵੀ ਇਸ ਹਕੀਕਤ ਦੇ ਬਾਰੇ ਪਤਾ ਲੱਗ ਚੁੱਕਿਆ ਸੀ। ਦੀਵਾਨ ਦੇ ਵਿੱਚ ਸਤਿਗੁਰੂ ਜੀ ਬੜੀਆਂ ਇਹੋ ਜਿਹੀਆਂ ਇਤਿਹਾਸ ਦੀਆਂ ਡੂੰਘੀਆਂ ਜਿਹੜੀਆਂ ਵਿਚਾਰਾਂ ਇਹਨਾਂ ਕਵੀਆਂ ਲਿਖਾਰੀਆਂ ਵਿਦਵਾਨਾਂ ਦੇ ਨਾਲ ਕਰਿਆ ਕਰਦੇ ਸਨ। ਪਹਿਲਾਂ ਬਰਮਾ ਜੀ ਦੇ ਜਿਹੜੇ 4 ਪੁੱਤਰ ਸਤਯੁਗ ਹੈ, ਤ੍ਰੇਤਾ ਹੈ, ਦੁਆਪਰ ਹੈ, ਕਲਯੁਗ ਹੈ, ਉਹਦੇ ਬਾਰੇ ਵੀ ਕਵੀ ਜੀ ਨੇ ਆਪਣੇ ਵੱਲੋਂ ਇਸ ਕਥਾ ਦੇ ਵਿੱਚ ਜੋ ਵੀ ਇਹਨਾਂ ਦੇ ਰੋਲ ਕਾਨੂੰਨ ਵੀ ਕਿਹੋ ਜਿਹੇ ਪੁਰਾਣੀ ਸਮੇਂ ਦੇ ਮੁਤਾਬਕ ਪੈਦਾ ਹੋਣੇ ਹਨ। ਬਰਮਾ ਜੀ ਕਹਿਣ ਲੱਗਿਆ ਕਲਯੁਗ ਨੂੰ ਵੀ ਤੂੰ ਮੇਰਾ ਸਾਰਿਆਂ ਨਾਲੋਂ ਪਿਆਰਾ ਤੇ ਛੋਟਾ ਪੁੱਤਰ ਹੈ। ਤੇਰੇ ਰਾਜ ਭਗ ਦੇ ਵਿੱਚ ਇੱਕੋ ਇੱਕ ਪਰਮਾਤਮਾ ਦੇ ਨਾਮ ਦੀ ਮਹਿਮਾ ਹੀ ਚੱਲਣੀ ਹੈ। ਜੋਗ ਜਗ ਨਿਰਭਲ ਤੇ ਮਾਨੋ, ਜੋ ਪ੍ਰਭੂ ਕੋ ਜਸ ਵਿਸਰਾਵੈ। ਸਤਿਗੁਰੂ ਜੀ ਨੇ ਵੀ ਬੜੇ ਪ੍ਰਮਾਣ ਭਗਤਾਂ ਨੇ ਵੀ ਦਿੱਤੇ ਹਨ। ਅਸਮੇਧ ਜਗਨੇ ਪ੍ਰਾਗ ਇਸ਼ਨਾਨੇ, ਜੇ ਕੋਈ ਭਾਵੇਂ ਜਿਤਨੇ ਮਰਜ਼ੀ ਵੱਡੇ ਵੱਡੇ ਅਸਮੇਧ ਜਗ ਕਰ ਲਏ, ਪ੍ਰਾਗ ਇਸ਼ਨਾਨੇ ਤਉ ਨਾ ਪੁਜੈ ਹਰ ਕੀਰਤ ਨਾਮਾ। ਪਰ ਇਹ ਜਿਹੜੇ ਵੱਡੇ ਵੱਡੇ ਕੀਤੇ ਹੋਏ ਜਗਿਆਸੂਆਂ ਦੇ ਸਾਧਨ ਪਰਮਾਤਮਾ ਦੀ ਜਿਹੜੀ ਕੀਰਤੀ ਹੈ, ਹਰ ਕੀਰਤ ਸਾਧ ਸੰਗਤ ਹੈ। ਸਿਰ ਕਰਮਨ ਕੈ ਕਰਮਾ ਕਉ ਨਾਨਕ ਤਿਸ ਭਇਓ ਪ੍ਰਾਪਤ। ਜਿਸ ਪੁਰਬ ਲਿਖੇ ਕਾ ਲੈਣਾ, ਵੀ ਸਾਰਿਆਂ ਨਾਲ ਉੱਤਮ ਸਾਧਨ ਹੈ ਭਗਵਾਨ ਦਾ ਨਾਮ। ਤਉ ਨਾ ਪੁਜੈ ਹਰ ਕੀਰਤ ਨਾਮਾ। ਭਗਤ ਨਾਮ ਦੇਵ ਜੈਸੇ ਆ ਭਗਤਾਂ ਨੇ ਵੀ ਬਹੁਤ ਵਿਸਤਾਰ ਦੇ ਸਹਿਤ ਸ਼ਬਦਾਂ ਦੇ ਵਿੱਚ ਇਹਨਾਂ ਸਾਧਨਾ ਦੀ ਜਿਹੜੀ ਗਿਣਤੀ ਕਰਕੇ ਦੱਸੀ ਹੈ। ਬਰਮਾ ਜੀ ਕਹਿ ਲਗੇ ਪੁੱਤਰ
ਤੇਰੇ ਰਾਜ ਭਾਗ ਦੇ ਵਿੱਚ ਕਰਨੀ ਤਾਂ ਹੋਊਗੀ ਥੋੜ੍ਹੀ, ਪਰ ਉਹਦਾ ਜਿਹੜਾ ਫਲ ਬਹੁਤ ਜ਼ਿਆਦਾ ਸਾਧਨਾ ਕਰਨ ਵਾਲੇ ਜਿਹੜੇ ਪ੍ਰਾਣੀ ਪ੍ਰਾਪਤ ਕਰ ਸਕਦੇ ਹਨ। ਕਲ ਯੁਗ ਜੋ ਫੇੜੇ ਸੋ ਪਾਵੇ। ਕਹਿਣ ਲੱਗਿਆ ਪਿਤਾ ਜੀ ਮੈਂ ਤਾਂ ਕਾਨੂੰਨ ਰੂਲ ਹੀ ਆਪਣੇ ਰਾਜ ਭਾਗ ਦੇ ਅੰਦਰ ਇਹੋ ਜਿਹੀ ਬਣਾਉਣਾ ਹੈ, ਕਲ ਯੁਗ ਜੋ ਫੇੜੇ ਸੋ ਪਾਵੇ, ਵੀ ਜਿਤਨਾ ਕੋਈ ਪਾਪ ਪੁੰਨ ਕਰੋ ਤੇ ਉਹਦੇ ਮੁਤਾਬਕ ਉਹਨਾਂ ਪ੍ਰਾਣੀਆਂ ਨੂੰ ਵੀ ਮੈਂ ਫਲ ਭੁਗਤਾ ਦੇਣਾ। ਉਸ ਵਕਤ ਵੀ ਸਤਿਗੁਰੂ ਜੀ ਦੇ ਪਾਸ ਬੜੇ ਕਵੀ ਲਿਖਾਰੀ ਵਿਦਵਾਨ ਆ ਕਰਕੇ ਬੈਠੇ ਸਨ। ਇਤਿਆਦਿਕ ਪ੍ਰਸੰਗ ਪਿੱਛੇ ਆਇਆ। ਅੱਗੇ ਜਿਸ ਪ੍ਰਕਾਰ ਸਤਿਗੁਰਾਂ ਦੀ ਪਵਿੱਤਰ ਪਾਵਨ ਕਥਾ ਦੇ ਤਾਈਂ ਗ੍ਰੰਥ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚਾਰਨ ਕਰਦੇ ਨੇ। ਆਪਣੇ ਮਨਾਂ ਨੂੰ ਇਕਾਗਰ ਕਰਦੇ ਹੋਏ ਆਲਸ ਤੋਂ ਸਾਵਧਾਨ ਹੋ ਕਰਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਚੌਪਈ। ਉਠੇ ਪ੍ਰਭੂ ਮੰਦਰ ਕੋ ਗਈ। ਦੀਨ ਦੁਨੀਆ ਦੇ ਮਾਲਕ ਸਤਿਗੁਰੂ ਸੱਚੇ ਪਾਤਸ਼ਾਹ ਦੀਵਾਨ ਦੇ ਵਿੱਚ ਉੱਠ ਕਰਕੇ ਫਿਰ ਆਪਣੇ ਸੋਹਣੇ ਮਹਿਲਾਂ ਦੇ ਵਿੱਚ ਚਲੇ ਗਏ ਸਨ। ਨਾਨਾ ਰਸ ਆਹਾਰ ਅਚ ਲਈ। ਜਿੱਥੇ ਸੇਵਕਾਂ ਦਾਸਾਂ ਨੇ ਪਹਿਲਾਂ ਹੀ ਬਹੁਤ ਵੱਡਾ ਥਾਲ ਅਨੇਕ ਪ੍ਰਕਾਰ ਦੇ ਭੋਜਨਾਂ ਦੇ ਨਾਲ ਪਰੋਸਿਆ ਹੋਇਆ ਸੀ। ਹੁਣ ਪਰਿਅੰਕ ਪਰ ਕਰਿਓ ਆਰਾਮੋ। ਪਰੋਜੀ ਦੇ ਮੁਤਾਬਕ ਸਤਿਗੁਰੂ ਜੀ ਨੇ ਭੋਜਨ ਪਾਣੀ ਛਕਿਆ ਤੇ ਫਿਰ ਥੋੜ੍ਹਾ ਜਿਹਾ ਟਾਈਮ ਆਰਾਮ ਕਰਨ ਦੇ ਲਈ ਆਪਣੇ ਬਹੁਤ ਸੋਹਣੇ ਪਲੰਘ ਦੇ ਉੱਪਰ ਲੇਟ ਗਏ ਸਨ। ਹਿਮ ਸੰਵਾਦ ਕਵੀਆਂ ਅਬਿਰਾਮੋ। ਇਹੋ ਜਿਹਾ ਸੋਹਣਾ ਜਿਹੜਾ ਸੰਵਾਦ ਵਿਚਾਰ ਵਟਾਂਦਰਾ ਮਹਾਰਾਜ ਰੋਜ਼ਾਨਾ ਹੀ ਨਾ ਕਵੀਆਂ ਲਿਖਾਰੀਆਂ ਦੇ ਨਾਲ ਕਰਦੇ ਰਹਿੰਦੇ ਸੀ। ਦੇਸ਼ ਵਿਦੇਸ਼ਾਂ ਮਹਿ ਕਬ ਗੁਨੀ। ਜਿਹੜੇ ਵੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬਹੁਤ ਵੱਡੇ ਮਹਾਨ ਗੁਣਵਾਨ ਪੁਰਸ਼, ਚਾਹੇ ਕੋਈ ਲਿਖਾਰੀ ਹੈ ਚਾਹੇ ਹੈ ਕਵੀ, ਇਹ ਸਾਰੇ ਹੀ ਮਹਾਰਾਜ ਦੇ ਪਾਸ ਪਹੁੰਚ ਗਏ ਹਨ। ਆਵੈ ਚਲੇ ਸੋ ਕੀਰਤ ਸੁਣੀ। ਕੀਰਤ ਸੁਣੀ। ਜਿਨ੍ਹਾਂ ਨੇ ਵੀ ਦਸ਼ਮੇਸ਼ ਪਿਤਾ ਦੀ ਵਡਿਆਈ ਸੋਭਾ ਸੁਣ ਲਈ, ਅੱਗੇ ਤੋਂ ਅੱਗੇ ਕਵੀਆਂ ਵਿਦਵਾਨਾਂ ਲਿਖਾਰੀਆਂ ਤੋਂ ਪਤਾ ਲੱਗਿਆ ਵੀ ਇਸ ਵਾਰ ਤਾਂ ਫਿਰ ਸਤਿਗੁਰੂ ਜੀ ਤੋਂ ਬਿਨਾਂ ਆਪਣੀ ਕਿਸੇ ਨੇ ਵੀ ਕੋਈ ਕਦਰ ਨਹੀਂ ਕਰਨੀ ਹੈ। ਦਰਬ ਕਰੋੜੋਂ ਲਗ ਬਖਸ਼ੰਤੀ। ਦਰਬ ਕਰੋੜੋਂ ਸਤਿਗੁਰੂ ਜੀ ਕਿਤੇ ਨੇ ਉਦਾਰ ਸਖੀ ਦਾਤੇ ਹਨ। ਜੇ ਕਿਤੇ ਕਵੀਆਂ ਜਾਂ ਲਿਖਾਰੀਆਂ ਦੇ ਉੱਪਰ ਮਹਾਰਾਜ ਦੀ ਖੁਸ਼ੀ ਹੋ ਗਈ, ਦਰਬ ਕਰੋੜੋਂ, ਇਹ ਸੈਂਕੜੇ ਹਜ਼ਾਰਾਂ ਦੀ ਗੱਲ ਹੈ ਨਹੀਂ। ਕਵੀ ਜੀ ਲਿਖਦੇ ਨੇ ਵੀ ਦਰਬ ਕਰੋੜੋਂ, ਕਰੋੜਾਂ ਤੱਕ ਵੀ ਸਤਿਗੁਰੂ ਜੀ ਇਹਨਾਂ ਨੂੰ ਮਾਇਆ ਬੜਾ ਧਨ ਬਖਸ਼ ਦਿੰਦੇ ਹਨ। ਜੋ ਆਪਾਂ ਕਈ ਦਫਾ ਇਹੋ ਜਿਹੀਆਂ ਜਿਹੜੀਆਂ ਉਦਾਹਰਨਾਂ ਮਿਸਾਲਾਂ ਸੁਣਦੇ ਹਾਂ, ਇਹ ਕਵੀਆਂ ਨੇ ਘਾਟਵਾਦ ਕਰਕੇ ਲਿਖ ਦਿੱਤੀ ਹੈ ਵੀ ਖਾਲਸੇ ਨੇ ਜੀ ਆ ਫਲਾਣੇ ਥਾਂ 'ਤੇ 10 ਨੌਂ ਦੀ ਕਿਰਤ ਕਮਾਈ ਕਰਨ ਵਾਲੇ ਜ਼ਿਮੀਂਦਾਰਾਂ ਦੇ ਖੇਤ ਉਜਾੜਤੇ। ਆ ਫਲਾਣੇ ਥਾਂ ਤੋਂ ਉਹਨਾਂ ਨੇ ਧੱਕੇ ਦੇ ਨਾਲ ਘਾਹ ਵਗੈਰਾ ਵੱਢ ਲਿਆ। ਪਰ ਜਿੱਤੇ ਸਤਿਗੁਰੂ ਜੀ ਇਤਨੀ ਮਾਇਆ ਇਤਨਾ ਧਨ ਵੰਡਣ ਵਾਲੇ, ਉੱਥੇ ਫਿਰ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੂੰ ਕੀ ਲੋੜ ਪਈ ਹੈ ਜਿਹੜੇ ਵਿਚਾਰੇ ਮਿੱਟੀ ਦੇ ਨਾਲ ਮਿੱਟੀ ਹੋ ਕਰਕੇ ਆਪਣੇ ਬੱਚਿਆਂ ਨੂੰ ਪਾਲਦੇ ਹਨ, ਉਹਨਾਂ ਦੇ ਨਾਲ ਧੱਕੇਸ਼ਾਹੀ ਤਾਂ ਮਹਾਰਾਜ ਕਦੇ ਵੀ ਨਹੀਂ ਕਰ ਸਕਦੇ ਹਨ। ਸੰਤ ਉਭਾਰਨ ਰੱਬ ਦੇ ਪਿਆਰਿਆਂ ਦੀ ਮਹਾਂਪੁਰਖਾਂ ਦੀ ਰੱਖਿਆ ਕਰਨ ਵਾਸਤੇ ਤਾਂ ਮਹਾਰਾਜ ਨੇ ਮਾਤਲੋ ਦੀ
ਧਰਤੀ ਦੇ ਉੱਪਰ ਅਵਤਾਰ ਧਾਰਨ ਕੀਤਾ ਹੈ। ਜੇ ਕਿਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹਨਾਂ 'ਤੇ ਖੁਸ਼ ਹੋ ਜਾਂਦੇ, ਫਿਰ ਬੜੀ ਮਾਇਆ ਉਹਨਾਂ ਨੂੰ ਬਖਸ਼ ਦਿੰਦੇ ਸਨ। ਜੁਗ ਲੋਕਨ ਕੀ ਸੁਖ ਨ ਲਬੰਤੀ। ਜੁਗ ਲੋਕਨ ਕੇ ਉਹਨਾਂ ਵਿਦਵਾਨਾਂ ਨੂੰ, ਲਿਖਾਰੀਆਂ ਨੂੰ, ਕਵੀਆਂ ਨੂੰ, ਦੁਨਿਆਵੀ ਰਾਜੇ ਮਹਾਰਾਜੇ ਚਲੋ ਇਹਨਾਂ ਨੂੰ ਮਾਇਆ ਧਨ ਤਾਂ ਦੇ ਸਕਦੇ ਹਨ, ਪਰ ਲੋਕ ਦਾ ਸੁੱਖ ਤਾਂ ਉਹਨਾਂ ਨੂੰ ਆਪ ਨਹੀਂ ਮਿਲਦਾ। ਉਹ ਦੂਜਿਆਂ ਨੂੰ ਕਿਵੇਂ ਫਿਰ ਸੁਖੀ ਕਰ ਸਕਦੇ ਹਨ। ਪਰ ਜਿਹੜਾ ਵੀ ਵਿਦਵਾਨ ਕਵੀ ਲਿਖਾਰੀ ਦਸ਼ਮੇਸ਼ ਪਿਤਾ ਦੇ ਦਰਬਾਰ ਦੇ ਵਿੱਚ ਚੱਲ ਕਰਕੇ ਆ ਗਿਆ, ਉਹਨੂੰ ਤਾਂ ਫਿਰ ਦੀਨ ਦੁਨੀਆ ਲੋਕ ਔਰ ਪ੍ਰਲੋਕ ਦੇ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਸਨ। ਅੰਮ੍ਰਿਤ ਰਾਈ ਕਵੀ ਇੱਕ ਆਇਓ। ਉਸ ਵਕਤ ਇੱਕ ਅੰਮ੍ਰਿਤ ਰਾਏ ਨਾਮ ਦਾ ਜਿਹੜਾ ਕਵੀ, ਇਹ ਵੀ ਮਹਾਰਾਜ ਦੇ ਦਰਬਾਰ ਦੇ ਵਿੱਚ ਚੱਲ ਕਰਕੇ ਆਇਆ ਸੀ। ਹਰ ਕੀਰਤ ਕੋ ਕਵਿਤ ਲਿਆਇਓ। ਇਹਨੇ ਦਸ਼ਮੇਸ਼ ਪਿਤਾ ਦੀ ਜਿਹੜੀ ਵਡਿਆਈ ਹੈ, ਸੋਭਾ ਹੈ, ਉਮ ਹੈ, ਉਸ ਦਾ ਇੱਕ ਕਵਿਤ ਬਣਾ ਕਰਕੇ ਲਿਆਇਆ ਸੀ। ਮਿਲਿਓ ਪ੍ਰਥਮੋ ਕੀਨ ਪ੍ਰਣਾਮੋ। ਜਦੋਂ ਇਹਨੇ ਪਹਿਲੀ ਦਫਾ ਦਰਸ਼ਨ ਕੀਤਾ, ਮਹਾਰਾਜ ਦੇ ਅੱਗੇ ਆਪਣਾ ਸੀਸ ਝੁਕਾਇਆ ਸੀ। ਬਹੁਰ ਸੁਨਾਈ ਸੋ ਜਸ ਅਬਰਾਮੋ। ਫਿਰ ਮਹਾਰਾਜ ਦਾ ਬੜਾ ਸੁੰਦਰ ਜਸ ਸੰਗਤਾਂ ਦੇ ਵਿੱਚ ਸਾਰਿਆਂ ਦੇ ਸਾਹਮਣੇ ਸੁਣਾਉਣ ਲੱਗ ਪਿਆ ਹੈ। ਕਬਿਤਾ ਜਾਹੀ ਔਰ ਜਾਉ ਅਤ ਆਦਰ ਤਹਾਂ ਤੇ ਪਾਉ। ਅੰਮ੍ਰਿਤ ਰਾਏ ਕਵੀ ਨੇ ਬੜੀ ਨਿਮਰਤਾ ਦੇ ਨਾਲ ਮਹਾਰਾਜ ਦੇ ਅੱਗੇ ਬੇਨਤੀ ਕੀਤੀ, ਜਾਹੀ ਔਰ ਜਾਉ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਆਪ ਦੀ ਕਿਰਪਾ ਰਹਿਮਤ ਹੋ ਗਈ, ਜਿੱਧਰ ਵੀ ਮੈਂ ਰਾਜੇ ਮਹਾਰਾਜਿਆਂ ਦੇ ਭਾਵੇਂ ਦਰਬਾਰ ਦੇ ਵਿੱਚ ਜਾਂਦਾ, ਜਾਹੀ ਔਰ ਜਾਉ ਅਤ ਆਦਰ ਤਾਂ ਤੇ ਪਾਉ। ਉਹਨਾਂ ਵੱਡੇ ਵੱਡੇ ਰਾਜੇ ਮਹਾਰਾਜਿਆਂ ਦੇ ਪਾਸ ਵੀ ਮੈਨੂੰ ਬੜਾ ਆਦਰ ਮਾਨ ਸਤਿਕਾਰ ਪ੍ਰਾਪਤ ਹੁੰਦਾ ਹੈ। ਤੇਰੇ ਗੁਣ ਗਨ ਕੋ ਅਗਾਉ ਗਨੈ ਸ਼ੇਸ਼ ਜੋ। ਪਰ ਆਪ ਜੀ ਦੇ ਜਿਹੜੇ ਸ਼ੋਭਾ ਗੁਣ, ਉਹਨਾਂ ਨੂੰ ਤਾਂ ਸਾਡੇ ਬਾਰੇ ਦੇ ਕਵੀਆਂ ਤੋਂ ਪਹਿਲਾਂ ਹੀ ਜਿਹੜੇ ਸ਼ੇਸ਼ਨਾਗ ਵਰਗੇ ਜੁਗਾ ਜਗੰਤਰ ਤੋਂ ਹੀ ਗਾ ਰਹੇ ਹਨ। ਹੁਣ ਕਵੀਆਂ ਦੀ ਤਾਂ ਇੱਕੋ ਜ਼ਬਾਨ ਹੁੰਦੀ ਹੈ, ਸ਼ੇਸ਼ਨਾਗ ਦੀ ਹੈਗੀ ਹਜ਼ਾਰ ਜੇਬਾਂ ਲੱਗੀ ਹੋਈ। ਸੱਚੇ ਪਾਤਸ਼ਾਹ ਤੇਰੇ ਗੁਣ ਗਨ, ਜੋ ਆਪ ਜੀ ਦੇ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨ, ਆਪ ਦੇ ਗੁਣਾਂ ਦਾ ਭਾਵੇਂ ਕੋਈ ਅੰਤ ਤਾਂ ਨਹੀਂ ਪਾ ਸਕਦਾ। ਕਨਹਰ ਬੋਧ ਬਸੋਰ ਮਾਵਲ ਕੁਸਮ ਬਸੰਤ ਗਨੰਤ ਨ ਆਵੈ। ਰਬ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ। रुद्र ध्यान ज्ञान सतगुर के कब जन भल न जो गावै। भले अमरदास गुण तेरे, तेरी उपमा तोहे बन आवै। महाराज आप दी जेड़ी तारीफ, आप दी वडियाई तो आप नूं ही बन आउंदी है। आप जी दे जेड़े बेअंत शोभा गुण साढ़े वर्गे कवियां तो पहला ही जेड़े शेषनाग वर्गे वो भी अपनी अपनिया जवाना दे नाल गा रहे हैं। हीर चीर मुक्ता जी देत तिन प्रत दान। जो आपने कवियां नूं, विद्वानां नूं, लखारियां नूं हीर चीर मुक्ता, बेकीमत हीरे जवार पन्ने, महंगे महंगे बातर, जो भी महाराजे उजे बड़े खुले डोले दान इन कवियां नूं बख्शदी रहंदे सन। तिना देख देख अबलाखत तनेश जो। आप जी दे इहो जे बहुत वड्डे दान नूं दे करके जेड़ा है कवेर वो भी मन दे विच ललचाउंदा भी शायद इत्थों मैनू भी आ जाए दान।
ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦੇ ਦਰਬਾਰ ਦੇ ਵਿੱਚੋਂ ਪ੍ਰਾਪਤ ਹੋ ਸਕਦੇ ਹਨ। ਗੁਣਨ ਮੈਂ ਗੁਣੀ ਕਬ ਅੰਮ੍ਰਿਤ ਪੜਈਓ ਮੇਰੋ। ਇਹ ਜਿਹੜੀ ਦਰਅਸਲ ਇੱਕ ਚਿੱਠੀ, ਇੱਕ ਸੁਨੇਹਾ ਜਿਹੜਾ ਹੈ ਅੰਮ੍ਰਿਤ ਰਾਏ ਕਵੀ ਦਾ ਉਸਤਾਦ ਉਹਨੇ ਆਪਣੇ ਵੱਲੋਂ ਭੇਜੀ ਵੀ ਆ ਜਿਹੜਾ ਅੰਮ੍ਰਿਤ ਰਾਏ ਕਵੀ ਗੁਣਨ ਮੈਂ ਗੁਣੀ, ਇਹ ਗੁਣੀਆਂ ਦੇ ਵਿੱਚੋਂ ਬਹੁਤ ਵੱਡਾ ਗੁਣੀ ਹੈ, ਕਵੀਆਂ ਦੇ ਵਿੱਚੋਂ ਬਹੁਤ ਵੱਡਾ ਕਵੀ ਵੀ ਬਣਿਆ ਹੋਇਆ ਹੈ। ਜਾਬੇ ਨ ਹੀਰੋ ਪਿਆਰ ਕੀਜੈ ਅਮਰੀਸ਼ ਜੋ। ਇਹ ਦੇਵਤਿਆਂ ਦੇ ਸਵਾਮੀ, ਦੇਵਤਿਆਂ ਦੇ ਮਾਲਕ ਸੱਚੇ ਪਾਤਸ਼ਾਹ ਵੀ ਜਦੋਂ ਤੁਸੀਂ ਇਸ ਅੰਮ੍ਰਿਤ ਰਾਏ ਕਵੀ ਨੂੰ ਦੇ ਕਰਕੇ ਜਦੋਂ ਇਹਦੀ ਆਪਨੇ ਭਰੇ ਦਰਬਾਰ ਦੇ ਵਿੱਚ ਸੁੰਦਰ ਛੰਦਾਬੰਦੀ ਦੇ ਵਿੱਚ ਰਚੀ ਹੋਈ ਕਵਿਤਾ ਸੁਣ ਲੈਣੀ ਹੈ, ਪਿਆਰ ਉਸ ਬਾਤ ਆਪਨੇ ਵੀ ਨਾ ਇਸ ਕਵੀ ਦਾ ਜਿਹੜਾ ਗੁਣ ਹੈ, ਜੋ ਇਹਦੀ ਬਹੁਤ ਵੱਡੀ ਵਿਸ਼ੇਸ਼ਤਾ ਹੀ ਦੇ ਕਰਕੇ ਬੜਾ ਪਿਆਰ ਕਰਨ ਲੱਗ ਜਾਣਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਛੀਰ ਨਿਧ ਪਾਰ ਪਈ। ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਆਪ ਦੀ ਜਿਹੜੀ ਉਪਮਾ, ਆਪ ਦੀ ਵਡਿਆਈ, ਸੋਭਾ, ਇਹਦਾ ਜਿਹੜਾ ਬਹੁਤ ਵੱਡਾ ਨਾ ਇਹ ਅਖੀਰ ਸਮੁੰਦਰ ਹੈ, ਉਸ ਤੋਂ ਵੀ ਪਾਰ ਕਰ ਗਈ ਹੈ। ਕੀਰਤ ਤਿਹਾਰੀ ਤੁਮੈ ਕਹਿ ਕੇ ਸੰਦੇਸ਼ ਜੋ। ਇਹ ਇੱਕ ਸੁਨੇਹਾ ਕਵੀ ਲੈ ਕਰਕੇ ਆਇਆ ਮਹਾਰਾਜ ਦੇ ਚਰਨਾਂ 'ਚ। ਸੱਚੇ ਪਾਤਸ਼ਾਹ ਆਪ ਦੀ ਜਿਹੜੇ ਵਡਿਆਈ ਮੇਰੇ ਵਰਗੇ ਕਵਿਤਾ ਕੀ ਰਸਨਾ ਦੇ ਨਾਲ ਕਰ ਸਕਦੇ ਹਨ, ਪਰ ਜਿਵੇਂ ਜਿਵੇਂ ਆਪ ਦੀ ਅਸੀਂ ਉਪਮਾ ਸੁਣੀ ਹੈ, ਆਪ ਦੀ ਉਪਮਾ, ਆਪ ਦੀ ਤਾਰੀਫ, ਵਡਿਆਈ, ਇਹ ਤਾਂ ਹੁਣ ਜਿਹੜਾ ਖੀਰ ਆ ਸਮੁੰਦਰ ਉਹਨਾਂ ਤੋਂ ਵੀ ਅੱਗੇ ਲੰਘ ਚੁੱਕੀ ਹੈ। ਚੌਪਈ ਸੁਣ ਪਰਸਾਨਾ ਕਲਗੀਧਰ ਹਵੈ ਕੈ। ਇਹ ਜਿਹੜਾ ਕਵਿਤ ਸੁਣ ਕੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦੇ ਉੱਪਰ ਬੜੇ ਪ੍ਰਸੰਨ ਹੋ ਗਏ ਸਨ। ਰਾਖਿਓ ਨਿਕਟ ਮਾਨ ਬਹੁ ਕਹਿ ਕੇ। ਇਹਦਾ ਵੀ ਮਹਾਰਾਜ ਨੇ ਬੜਾ ਮਾਣ ਸਤਿਕਾਰ ਕਰਦੇ ਹੋਏ ਆ ਆਪਣੇ ਦਰਬਾਰ ਦੇ ਵਿੱਚ ਹੀ ਰੱਖ ਲਿਆ ਸੀ। ਰੋਜ਼ ਦਿਓ ਕਰ ਦਰਬ ਕਨੇਰਾ। ਇਸ ਦਾ ਵੀ ਰੋਜ਼ੀਨਾ, ਰੋਜ਼ ਦਾ ਰੋਜ਼ ਜੋ ਬਣਦਾ ਸੀ, ਬਹੁਤ ਸਾਰੀ ਮਾਇਆ ਧਨ ਬਣ ਦਿੱਤਾ ਹੈ। ਹਿਮ ਸੁਨ ਸੁਨ ਕਰ ਸੋ ਜਸ ਵਡੇਰਾ। ਇਉਂ ਜਮੇ ਜਮੇ ਫਿਰ ਇਹ ਅੱਗੇ ਤੋਂ ਅੱਗੇ ਦਸ਼ਮੇਸ਼ ਪਿਤਾ ਦਾ ਜਸ ਜਿਨ੍ਹਾਂ ਜਿਨ੍ਹਾਂ ਕਵੀਆਂ ਨੂੰ, ਵਿਦਵਾਨਾਂ ਜਾਂ ਫਿਰ ਲਖਾਰੀਆਂ ਨੂੰ ਪਤਾ ਲੱਗੀ ਜਾਂਦਾ ਸੀ। ਕਰਨ ਪਰਬ ਭਾਖਾ ਤਿਨ ਕੀਨੀ। ਇਸ ਨੇ ਵੀ ਆਪਣੀ ਬੁੱਧੀ ਦੁਆਰਾ ਜਿਹੜਾ ਹੈ ਮਹਾਭਾਰਤ ਦਾ ਕਰਨ ਪਰਬ ਉਹਦਾ ਬ੍ਰਿਜ ਭਾਸ਼ਾ ਦੇ ਵਿੱਚ ਉਲੱਥਾ ਕੀਤਾ ਸੀ। ਛੰਦ ਬੰਦ ਸੁੰਦਰ ਗਤ ਲੀਨੀ। ਬਹੁਤ ਸੁੰਦਰ ਚਾਲ ਨੇ ਛੰਦਾ ਬੰਦਾ ਦੀ ਆਪਣੇ ਵੱਲੋਂ ਰਚੀ ਹੈ। ਲੱਖ ਦਰਬ ਕੀ ਬਖਸ਼ਿਸ਼ ਪਾਈ। ਇਹ ਦੇ ਕਰਕੇ ਮਹਾਰਾਜ ਨੇ ਫਿਰ ਇਹਦੀ ਝੋਲੀ 'ਚ ਉਹ ਲੱਖਾਂ ਦੀ ਗਿਣਤੀ ਦੇ ਵਿੱਚ ਮਾਇਆ ਪਾ ਦਿੱਤੀ ਹੈ। ਗੁਰ ਕੀ ਕੀਰਤ ਮਹਿਦ ਬਣਾਈ। ਰੋਜ਼ਾਨਾ ਇਹੋ ਜਿਹੇ ਕਵਿਤਾ ਸਵੀਏ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦੀ ਇਹੋ ਜਿਹੀ ਕੀਰਤੀ ਦੇ ਬਣਾਉਂਦਾ ਹੀ ਰਹਿੰਦਾ ਸੀ। ਹੰਸ ਰਾਮ ਕਵ ਪਰਬ ਬਨਾਇਓ। ਜਿਹੜਾ ਸੀ ਹੰਸ ਰਾਮ ਨਾਮ ਦਾ ਬਹੁਤ ਸਿਆਣਾ ਵਿਦਵਾਨ, ਇਹਨੇ ਮਹਾਭਾਰਤ ਦਾ ਜਿਹੜਾ ਪਰਬ, ਕਵ ਪਰਬ ਆਪਣੇ ਵੱਲੋਂ ਉਹਦਾ ਵੀ ਫਿਰ ਭਾਸ਼ਾ ਦੇ ਵਿੱਚ ਉਲੱਥਾ ਕੀਤਾ ਹੈ। ਦਰੋਣ ਪਰਬ ਕੁਵਰੇਸ਼ ਸੁਨਾਇਓ। ਦਰੋਣ ਨਾਮ ਦਾ ਜਿਹੜਾ ਪਰਬ ਹੈ ਕੁਵਰੇਸ਼ ਵਿਦਵਾਨ ਨੇ ਆਪਣੇ ਵੱਲੋਂ ਇਹਦਾ ਜਿਹੜਾ ਅਨੁਵਾਦ ਕਰਕੇ ਸੁਣਾਇਆ ਸੀ। ਇਸੀ ਰੀਤ ਬਹੁ ਭਾਖਾ ਬਣੀ। ਸਤਿਗੁਰੂ ਜੀ ਨੇ ਜਿਹੜੇ ਪੁਰਾਤਨ ਸਮੇਂ ਦੇ ਵੱਡੇ ਵੱਡੇ ਧਾਰਮਿਕ ਗ੍ਰੰਥ ਜਿਨ੍ਹਾਂ ਦੀ ਰਚਨਾ
ਬੜੀ ਔਖੀ ਭਾਸ਼ਾ ਜਿਹੜੀ ਸੰਸਕ੍ਰਿਤ ਹੈ ਉਹਦੇ ਵਿੱਚ ਕੀਤੀ ਹੋਈ ਸੀ। ਜਿਹੜੇ ਉਹ ਜੇ ਪੜ੍ਹੇ ਲਿਖੇ ਲਿਖਾਰੀ ਉਹਨਾਂ ਦੇ ਕੋਲੋਂ ਮਹਾਰਾਜ ਨੇ ਫਿਰ ਇਹ ਵੱਡੇ ਵੱਡੇ ਪੁਰਾਤਨ ਗ੍ਰੰਥ ਉਹਨਾਂ ਨੂੰ ਆਮ ਭਾਸ਼ਾ ਦੇ ਵਿੱਚ ਬੜੀ ਮਿਹਨਤ ਦੁਆਰਾ ਬ੍ਰਿਜ ਭਾਸ਼ਾ ਜਾਂ ਭਾਸ਼ਾ ਉਹਦੇ ਵਿੱਚ ਲਿਖਾਇਆ ਕਰਦੇ ਸਨ। ਮਿਲੇ ਆਨ ਇਸ ਹੀ ਵਿਦ ਗੁਨੀ, ਰੋਜ਼ਾਨਾ ਕੋਈ ਨਾ ਕੋਈ ਕਵੀ ਗੁਣੀ ਜਨ ਮਹਾਰਾਜ ਦੇ ਪਾਸ ਆਉਂਦਾ ਹੀ ਰਹਿੰਦਾ ਸੀ। 52 ਕਬ ਗਿਣਤੀ ਮਹਨੀਤ, 52 ਕਵੀਆਂ ਦੀ ਜਿਹੜੀ ਗਿਣਤੀ ਮਹਾਰਾਜ ਦੇ ਪਾਸ ਜੋ ਵੀ ਰਹਿੰਦੇ ਸਨ, ਇਹ ਵਾਰਤਾ ਤਕਰੀਬਨ ਸਾਰੀਆਂ ਸੰਗਤਾਂ ਦੇ ਵਿੱਚ ਬੜੀ ਮਸ਼ਹੂਰ ਹੈ। ਸਿਆਣੇ ਸਿਆਣੇ ਗੁਰਸਿੱਖ ਵੀ ਇਸ ਹਕੀਕਤ ਨੂੰ ਜਾਣਦੇ ਨੇ ਵੀ ਜਿਹੜੇ 52 ਕਵੀ ਇਹ ਸਤਿਗੁਰੂ ਜੀ ਦੇ ਦਰਬਾਰ ਦੇ ਵਿੱਚ ਰਹਿੰਦੇ ਸਨ। ਕਈ ਵਾਰੀ 2-4 ਆ ਗਏ, 2-4 ਚਲੇ ਗਏ। ਗਿਣਤੀ ਭਾਵੇਂ ਇਹਨਾਂ ਦੀ ਘਟਦੀ ਵੱਧਦੀ ਰਹਿੰਦੀ, ਪਰ ਫਿਰ ਵੀ ਆਮ ਤੌਰ 'ਤੇ ਤਕਰੀਬਨ 52 ਕਵੀਆਂ ਦੀ ਜਿਹੜੀ ਗਾਥਾ ਸੁਣਨ ਦੇ ਵਿੱਚ ਆਉਂਦੀ ਹੈ। ਰਹਿ ਨਿਕਟ ਹਰ ਖਾਵੈ ਚੀਤ, ਹੁਣ ਇਹ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦੇ ਪਾਸ ਰਹਿ ਕੇ ਬੜੀਆਂ ਖੁਸ਼ੀਆਂ ਪ੍ਰਾਪਤ ਕਰਿਆ ਕਰਦੇ ਸਨ। ਇੱਕ ਦਿਨ ਸਤਿਗੁਰ ਸਭਾ ਲਗਾਈ, ਇੱਕ ਦਿਨ ਫਿਰ ਮਹਾਰਾਜ ਨੇ ਆਪਣਾ ਬੜਾ ਸੋਹਣਾ ਰੂਹਾਨੀ ਦਰਬਾਰ ਸਜਾਇਆ ਹੋਇਆ ਸੀ। ਬੈਠੇ ਉਤੇ ਮਹਾਦੁੱਤ ਪਾਈ, ਮਹਾਰਾਜ ਬੇਅੰਤ ਸੰਗਤਾਂ ਦੇ ਵਿੱਚ ਬੈਠ ਕਰਕੇ ਬੜੀ ਸ਼ੋਭਾ ਪਾ ਰਹੇ ਨੇ। ਏਕ ਕਬੀ ਚਲ ਕਰ ਤਹ ਆਇਓ, ਉਸ ਵਕਤ ਇੱਕ ਹੋਰ ਸਿਆਣਾ ਕਵੀ ਇਹ ਵੀ ਮਹਾਰਾਜ ਦੇ ਪਾਸ ਚੱਲ ਕਰਕੇ ਆਇਆ ਸੀ। ਨਿਜ ਵਿਦਿਆ ਹੰਕਾਰ ਵਡਾਇਓ, ਇਹਦੇ ਮਨ ਦੇ ਵਿੱਚ ਆਪਣੀ ਵਿਦਿਆ ਦਾ ਜਿਹੜਾ ਬੜਾ ਮਾਣ ਹੰਕਾਰ ਵਧਿਆ ਹੋਇਆ ਸੀ। ਕੀਨ ਸਵਈਆ ਅਰਥ ਚ ਪਾਇਓ, ਇੱਕ ਇਹੋ ਜਿਹਾ ਸਵਈਆ ਬਣਾ ਕਰਕੇ ਨਾ ਉਹਦੇ ਜਿਹੜੇ ਅਰਥ ਵੀ ਇਹਨੇ ਬੜੇ ਛਪਾ ਕਰਕੇ ਰੱਖੇ ਹੋਏ ਸਨ। ਅਬਲਾਖਤ ਗੁਰਤੀ ਪਰਖਾਇਓ, ਹੁਣ ਇਹ ਆਪਣੇ ਸਵਈਏ ਦੀ ਜਿਹੜੀ ਪਰਖ ਤਰਕਾਲਦਰਸ਼ੀ ਸਰਬੱਗ ਅੰਤਰਜਾਮੀ ਮਹਾਰਾਜ ਦੇ ਪਾਸੋਂ ਕਰਵਾਉਣਾ ਚਾਹੁੰਦਾ ਹੈ ਵੀ ਹੋਰ ਤਾਂ ਇਹੋ ਜਿਹਾ ਕੋਈ ਕਵੀ ਵਿਦਵਾਨ ਮਹਾਰਾਜ ਦੇ ਪਾਸ ਹੈ ਹੀ ਨਹੀਂ ਜਿਹੜਾ ਮੇਰੇ ਸਵਈਏ ਦੇ ਅਰਥਾਂ ਨੂੰ ਸਮਝ ਸਕੂ। ਆਪਣੇ ਸਵਈਏ ਦੀ ਜਿਹੜੀ ਪਰਖ ਇਹ ਵੀ ਮਹਾਰਾਜ ਦੇ ਪਾਸੋਂ ਇਹ ਕਰਵਾਉਣਾ ਚਾਹੁੰਦਾ ਸੀ। ਹੱਥ ਬੰਦ ਕਰ ਬੰਧਨ ਠਾਨੀ, ਜਦੋਂ ਇਹਨੇ ਮਹਾਰਾਜ ਦੇ ਚਰਨਾਂ ਤੇ ਆ ਕੇ ਨਮਸਕਾਰ ਕੀਤੀ ਹੈ, ਬੈਠ ਪ੍ਰਭੂ ਕੇ ਨਿਕਟ ਬਖਾਨੀ, ਨੇੜੇ ਹੋ ਕਰਕੇ ਮਹਾਰਾਜ ਦੇ ਅੱਗੇ ਫਿਰ ਅਰਜ ਕਰਨ ਲੱਗ ਪਿਆ ਸੀ। ਦੇਸ਼ ਦੇਸ਼ ਮਹਿ ਰਾਬਰ ਕੀਰਤ, ਇਹ ਗਰੀਬ ਨਵਾਜ਼ ਸੱਚੇ ਪਾਤਸ਼ਾਹ ਆਪ ਦੀ ਜਿਹੜੀ ਤਾਰੀਫ ਆਪ ਦੇ ਜਿਹੜੇ ਪਰਉਪਕਾਰ ਉਹਨਾਂ ਨੂੰ ਮੈਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਕੰਨਾਂ ਦੇ ਨਾਲ ਸੁਣ ਚੁੱਕਿਆ। ਜਿਸ ਜਿਸ ਤੇ ਸੁਨੀਅਤ ਬਿਸਤੀਰਤ, ਜਿੱਥੇ ਵੀ ਜਾਂਦਾ ਉੱਥੇ ਹੀ ਫਿਰ ਸਿਆਣੇ ਸਿਆਣੇ ਵਿਦਵਾਨ ਕਵੀ ਲਿਖਾਰੀ ਆਪ ਦੀ ਬੜੀ ਤਾਰੀਫ ਰਸਨਾ ਤੋਂ ਕਰਦੇ ਹੀ ਰਹਿੰਦੇ ਹਨ। ਸਭ ਵਿਦਿਆ ਕੇ ਗੁਣੀ ਬਖਾਨੇ, ਜੋ ਵੀ ਚਾਹੇ ਅਰਬੀ ਫਾਰਸੀ ਬ੍ਰਜ ਭਾਸ਼ਾ ਹੈ, ਚਾਹੇ ਕੋਈ ਸੰਸਕ੍ਰਿਤ ਪੜ੍ਹਿਆ ਹੋਇਆ, ਰਹਿ ਸਭਾ ਤੁਮਰੀ ਸਨਮਾਨੇ, ਇਹੋ ਜਿਹੇ ਵੱਡੇ ਵੱਡੇ ਮਾਨ ਵਿਦਵਾਨ ਆਪ ਦੀ ਸਭਾ ਦੇ ਵਿੱਚ ਬੜੇ ਰਹਿੰਦੇ ਹਨ। ਛੰਦ ਰਚ ਹੈ ਲੱਖੋਂ ਰਹਿ ਤੀਰ, ਤੀਰ ਆਪ ਜੀ ਦੇ ਚਰਨਾਂ ਦੇ ਵਿੱਚ ਰਹਿ ਕਰਕੇ ਜਿਹੜੇ ਲਿਖਾਰੀ ਕਵੀ ਜਨ ਇੱਕ ਨਹੀਂ ਦੋ ਨਹੀਂ ਹਜ਼ਾਰਾਂ ਦੀ ਗਿਣਤੀ 'ਚ ਕਹਿੰਦਾ ਰੋਜ਼ਾਨਾ ਇਹੋ ਜਿਹੇ ਸੋਹਣੇ ਸੋਹਣੇ ਕਵਿਤ ਨੇ, ਸਵਈਏ ਨੇ, ਦੋਹਰੇ ਨੇ ਜਾਂ ਫਿਰ ਚੌਪੀਏ ਹੋਰ ਵੀ ਅਨੇਕ ਪ੍ਰਕਾਰ ਦੇ ਛੰਦਾਂ ਦੀ ਗਿਣਤੀ ਆਉਂਦੀ ਹੈ। ਜਾਪ ਸਾਹਿਬ ਜੀ ਵਿੱਚ ਵੀ ਮਹਾਰਾਜ ਨੇ ਕਿਤਨੇ ਛੰਦ ਆਪਣੀ
ਆਪਣੇ ਮੁਖਾਰ ਬਿੰਦ ਤੋਂ ਉਚਾਰਨ ਕੀਤੇ ਹੋਏ ਹਨ। ਚਾਤਰੀ ਛੰਦ ਹੈ। ਕਹਿਣ ਲੱਗਿਆ ਮਹਾਰਾਜ ਇਹ ਜਿਹੜੇ ਵਿਦਵਾਨ ਕਵੀ ਲੱਖਾਂ ਦੀ ਗਿਣਤੀ ਦੇ ਵਿੱਚ ਨਾ ਆਪਦੇ ਪਾਸ ਰਹਿ ਕਰਕੇ ਇਹੋ ਜਿਹੇ ਸੋਹਣੇ ਸੋਹਣੇ ਛੰਦ ਰਚਦੇ ਰਹਿੰਦੇ ਹਨ। ਪਰਖੋ ਸਭ ਕੀ ਗੁਣੀ ਗਹੀਰ, ਆਪ ਫਿਰ ਉਹਨਾਂ ਦੇ ਛੰਦਾਂ ਦੀ ਵੀ ਸਦਾ ਵਾਸਤੇ ਪਰਖ ਕਰਦੇ ਰਹਿੰਦੇ ਹੋ। ਏਕ ਸਵਈਆ ਰਚਿਓ ਨਵੀਨਾ, ਮੈਂ ਵੀ ਆਪਣੀ ਬੁੱਧੀ ਦੇ ਨਾਲ ਇੱਕ ਇਹੋ ਜਿਹਾ ਜਿਹੜਾ ਨਵਾਂ ਸਵਈਆ ਰਚਨਾ ਕੀਤਾ ਹੈ। ਅਰਥ ਅਜਾਇਬ ਸ਼ੁਭ ਧਰ ਦੀਨਾ, ਉਸ ਸਵਈਏ ਦੇ ਵਿੱਚ ਬੜੇ ਅਜਾਇਬ ਬੜੇ ਹੀ ਅਨੋਖੇ ਹੈਰਾਨ ਕਰਨ ਵਾਲੇ ਮੈਂ ਅਰਥ ਵੀ ਛੁਪਾ ਕਰਕੇ ਰੱਖੇ ਹੋਏ ਹਨ। ਸਭਾ ਆਪ ਕੀ ਮਹਿਨ ਹੈ ਐਸਾ, ਇਹ ਹੁਣ ਮਾਨ ਹੰਕਾਰ ਦੇ ਵਿੱਚ ਆ ਕਰਕੇ ਦਸ਼ਮੇਸ਼ ਪਿਤਾ ਦੇ ਪਾਸ ਕਹਿਣ ਲੱਗਿਆ ਵੀ ਆਪ ਦੀ ਸਭਾ ਦੇ ਵਿੱਚ ਮੈਨੂੰ ਨਹੀਂ ਕੋਈ ਲੱਗਦਾ ਇਹੋ ਜਿਹਾ ਵਿਦਵਾਨ ਕਵੀ ਹੋ ਵੀ ਜਿਹੜਾ ਹੁਣ ਇਹਦੇ ਅਰਥ ਕਰਕੇ ਸੁਣਾ ਸਕਦਾ ਹੈ। ਜਾਹਰ ਕਹਿ ਅਰਥ ਕੋ ਜੈਸਾ, ਜਿਹੋ ਜਿਹੇ ਮੈਂ ਅਰਥ ਛਪਾ ਕਰਕੇ ਰੱਖੇ ਹੋਏ ਨੇ ਉਹਦੇ ਵਿੱਚ ਉਹਨਾਂ ਨੂੰ ਜ਼ਾਹਰ ਕਰਕੇ ਸਾਰਿਆਂ ਦੇ ਸਾਹਮਣੇ ਸੁਣਾ ਸਕੇ। ਮੈਨੂੰ ਲੱਗਦਾ ਵੀ ਕੋਈ ਇਹੋ ਜਿਹਾ ਵਿਦਵਾਨ ਆਪ ਦੀ ਸਭਾ ਦੇ ਵਿੱਚ ਨਹੀਂ ਹੋਵੇਗਾ। ਸਭਾ ਆਪ ਕੀ ਮਹਿਨ ਹੈ ਐਸਾ, ਕੋਈ ਵੀ ਇਹੋ ਜਿਹਾ ਸਿਆਣਾ ਤੇਜ ਬੁੱਧੀ ਵਾਲਾ ਵਿਦਵਾਨ ਕਵੀ ਨਹੀਂ ਲੱਭਣਾ ਹੈ। ਸੁਨ ਹੰਕਾਰ ਸਮੇਤ ਉਬਾਚਾ, ਹੁਣ ਜਦੋਂ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਇਸ ਦੀਆਂ ਬੜੀਆਂ ਇਹੋ ਜਿਹੀਆਂ ਹੰਕਾਰ ਵਾਲੀਆਂ ਗੱਲਾਂ ਸੁਣੀਆਂ ਸਨ, ਮਹਾਰਾਜ ਮੇਰੇ ਨੂੰ ਕਹਿਣ ਲੱਗੇ ਸੀ ਬੋਲਿਓ ਪਾਤਸ਼ਾਹੋ ਗੁਰ ਸਾਚਾ, ਐ ਸੱਚੇ ਪਾਤਸ਼ਾਹ ਗਰੀਬਾਂ ਆਵਾਜ਼ ਮੈਂ ਮਨ ਦੇ ਵਿੱਚ ਪਹਿਲਾਂ ਹੀ ਸੋਚ ਲਿਆ ਵੀ ਇਸ ਸਵਈਏ ਦੇ ਕੋਈ ਵੀ ਅਰਥ ਕਰਕੇ ਨਹੀਂ ਸੁਣਾ ਸਕਦਾ ਹੈ। ਨਿਜ ਮਤ ਕਰਕੇ ਕੀਨਸ ਜਥਾ, ਵੀ ਜਿਵੇਂ ਮੈਂ ਆਪਣੀ ਬੁੱਧੀ ਦੁਆਰਾ ਉਸ ਸਵਈਏ ਦੀ ਰਚਨਾ ਕੀਤੀ ਹੈ। ਸਭਾ ਮਝਾਰ ਉਚਾਰੋ ਤਥਾ, ਵੀ ਜਿਵੇਂ ਜਿਵੇਂ ਅਰਥ ਰੱਖੇ ਨੇ ਉਸੇ ਤਰ੍ਹਾਂ ਕੋਈ ਭਰੀ ਸਭਾ ਦੇ ਵਿੱਚ ਸਾਹਮਣੇ ਸੁਣਾ ਸਕੇਗਾ। ਜਿਸ ਪ੍ਰਕਾਰ ਕਰਕੇ ਕਬ ਲਿਆਇਓ, ਜਿਸ ਪ੍ਰਕਾਰ ਦਾ ਸਵਈਆ ਹੈ ਕਵੀ ਆਪਣੇ ਵੱਲੋਂ ਬਣਾ ਕਰਕੇ ਲਿਆਇਆ ਸੀ, ਸ੍ਰੀ ਸਤਿਗੁਰ ਕੋ ਤਬੈ ਸੁਨਾਇਓ, ਉਹਨੇ ਫਿਰ ਸਰਬੱਗ ਸਤਿਗੁਰੂ ਜੀ ਦੇ ਪਾਸ ਆ ਕੇ ਉਹ ਆਪਣਾ ਸਵਈਆ ਵੀ ਸੁਣਾ ਦਿੱਤਾ ਸੀ। ਸਭਾ ਵਿਖੇ ਸਭੂ ਸੁਣ ਲਿਓ, ਇਹ ਜਿਹੜਾ ਸਵਈਆ ਪਰੇ ਦੀਵਾਨ ਦੇ ਵਿੱਚ ਬੈਠੇ ਹੋਏ ਪ੍ਰੇਮੀਆਂ ਔਰ ਸੰਗਤਾਂ ਨੇ ਵੀ ਆਪਣੇ ਕੰਨਾਂ ਦੇ ਨਾਲ ਸੁਣ ਲਿਆ ਹੈ। ਸੋ ਮੈਂ ਇਹਾਂ ਪਾਠ ਲਿਖ ਦਿਓ, ਕਵੀ ਜੀ ਕਹਿੰਦੇ ਨੇ ਵੀ ਉਹ ਜਿਹੜਾ ਸਵਈਆ ਮੈਂ ਇਸ ਥਾਂ ਤੇ ਵੀ ਲਿਖ ਦਿੱਤਾ ਹੈ। ਸਵਈਆ ਨਭ ਸਾਤ ਤੀਏ ਨਭ ਸਾਤ ਕੀਏ, ਨਵ ਸਾਧ ਤੀਏ ਉਹ ਸਮੇਂ ਮਹਾਰਾਜ ਕਹਿਣ ਲੱਗੇ ਵੀ ਇਹਦੇ ਵਿੱਚ ਕੋਈ ਕਿਹੜਾ ਇਹੋ ਜਿਹਾ ਗੂੜ ਅਰਥ ਤੇ ਆਪਣੇ ਵੱਲੋਂ ਲਿਖਿਆ ਹੋਇਆ ਦੱਸਦਾ ਸਹੀ। ਨਵ ਸਾਤ ਤੀਏ ਜਿਹੜੀ ਹੈ 16 ਸਾਲ ਦੀ ਅਬਲਾ, ਨਭ ਸਾਤ ਕੀਏ, ਨਵ ਸਾਤ ਕੀਏ ਵੀ ਉਹਨੇ ਆਪਣੇ ਸਰੀਰ ਦੇ ਉੱਪਰ 16 ਪ੍ਰਕਾਰ ਦੇ ਸ਼ਿੰਗਾਰ ਕੀਤੇ। 16 ਦੀ ਗਿਣਤੀ ਇਹਨੇ ਆਪਣੇ ਵੱਲੋਂ ਲਿਖੀ ਹੋਈ ਹੈ। ਨਭ ਸਾਤ ਪੀਏ ਨਭ ਸਾਤ ਵੀ ਪਿਆਈ, ਉਹਦਾ ਜਿਹੜਾ 16 ਸਾਲਾਂ ਦਾ ਪਤੀ 16 ਮਹੀਨਿਆਂ ਤੋਂ ਬਾਅਦ ਜਦੋਂ ਵਿਦੇਸ਼ਾਂ ਚੋਂ ਵਾਪਸ ਮੁੜ ਕਰਕੇ ਆਇਆ ਹੈ। ਨਭ ਸਾਤ ਰਚੀ ਨਭ ਸਾਤ ਬਦੀ, ਨਵ ਸਾਤ ਰਚੇ ਹੁਣ ਪਤੀ ਤੇ ਸਤੀ ਨੇ ਉਸ ਸਮੇਂ ਨਵ ਸਾਤ ਰਚੇ। ਔਰ ਜਿਹੜਾ 16 ਕਲਾਂ ਵਾਲਾ ਚੌਪੜ ਖੇਲਣ ਦੇ ਲਈ ਉਹਨੂੰ ਧਰਤੀ ਤੇ ਵਿਛਾਇਆ ਨਵ ਰਾਤ।
ਨਵ ਸਾਤ ਬਦੀ। ਫਿਰ ਇਹਨਾਂ ਨੇ ਜਿਹੜੀਆਂ ਨੇ 16 ਨਰਦਾਂ ਉਹਨਾਂ ਦੀ ਬਾਜੀ ਜਿਹੜੀ ਜਿੱਤਣ ਵਾਸਤੇ ਆਪਣੇ ਵੱਲੋਂ ਸ਼ਰਤ ਲਗਾ ਲਈ ਸੀ। ਨਬ ਸਾਤ ਭਇਆ ਪਹਿਦਾਇਕ ਪਾਈ। ਜਦੋਂ ਪਾਸਾ ਖੇਲਦਿਆਂ ਇਹਦੇ ਪਤੀ ਨੇ 16ਵੇਂ ਘਰਮ ਦੇ ਵਿੱਚ ਜਾ ਕਰਕੇ ਇਸ ਬਾਜੀ ਨੂੰ ਜਿੱਤ ਲਿਆ ਸੀ। ਜੀਤ ਕਲਾ ਨਵ ਸਾਤਨ ਕੀ। ਉਹ ਜਿਹੜੀ 16 ਕਲਾ ਵਾਲੀ 16 ਘਰਾਂ ਵਾਲਾ ਜਿਹੜਾ ਪਾਸਾ ਹੈ ਉਹਦੀ ਬਾਜੀ 16ਵੇਂ ਘਰ ਦੇ ਵਿੱਚ ਪੈ ਗਈ। ਉਸ ਸਮੇਂ ਦੇ ਪਤੀ ਨੇ ਬਾਜੀ ਜਿੱਤ ਲਈ ਹੈ। ਨਵ ਸਾਤਨ ਕੀ ਮੁਖ ਅੰਚਰ ਛਾਈ। ਹੁਣ ਜੋ ਹੈ 16 ਸ਼ਿੰਗਾਰ ਕਰਨ ਵਾਲੀ ਇਸਤਰੀ ਨੇ ਜਦੋਂ ਦੇਖਿਆ ਵੀ ਮੈਂ ਤਾਂ ਇਹ ਖੇਲ ਦੇ ਵਿੱਚ ਹਾਰ ਗਈ ਹਾਂ। ਮਨ ਹੋ ਮੇਘ ਕੀ ਮੰਡਲ ਮੈਂ। ਹੁਣ ਜੋ ਇਹੋ ਜੀ ਅਵਲਾ ਜੀ ਦਾ ਚਿਹਰਾ 16 ਕਲਾ ਵਾਲੇ ਚੰਦਰਮਾ ਦੇ ਸਮਾਨ ਖਿੜਿਆ ਹੋਇਆ ਹੈ। ਜਦੋਂ ਇਹ ਆਪਣੀ ਬਾਜੀ ਹਾਰ ਗਈ ਉਸ ਸਮੇਂ ਸ਼ਰਮ ਦੇ ਮਾਰਿਆ ਹੋਇਆ ਇਹਨੇ ਆਪਣਾ ਜਿਹੜਾ ਸੁੰਦਰ ਚਿਹਰਾ ਬਸਤਰ ਪਾ ਕਰਕੇ ਪਤੀ ਦੇ ਸਾਹਮਣੇ ਗੱਜ ਲਿਆ ਸੀ। ਖਬ ਚੰਦਨ ਚੰਦ ਕਲੀਵਰ ਛਾਈ। ਮਾਨੋ ਇਉਂ ਲੱਗਦਾ ਸੀ ਵੀ ਜਿਵੇਂ 16 ਕਲਾ ਵਾਲੇ ਚੰਦਰਮਾ ਵਾਲੀ ਇਸਤਰੀ ਨੇ ਜਦੋਂ ਆਪਣੇ ਚਿਹਰੇ ਤੇ ਪਰਦਾ ਪਾਇਆ ਸੀ। ਚੌਪਈ ਸ਼੍ਰੀ ਕਲਗੀਧਰ ਸੁਨ ਮੁਸਕਾਈ। ਉਸ ਸਮੇਂ ਕਵੀ ਕਹਿ ਲੱਗਿਆ ਵੀ ਇੱਕ ਅਲੰਕਾਰ ਬਣਿਆ ਵੀ ਜਿਵੇਂ ਅੱਜ ਚੰਦਰਮਾ ਕਈ ਵਾਰੀ ਬੱਦਲਾਂ ਦੇ ਉਹਲੇ ਹੋ ਜਾਂਦਾ ਹੈ, ਉਸ ਦੇ ਚਿਹਰੇ ਦੀ ਸੁੰਦਰਤਾ ਇਉਂ ਭਾਸ ਰਹੀ ਹੈ ਜਿਵੇਂ ਕਈ ਵਾਰੀ 16 ਕਲਾ ਵਾਲਾ ਜਿਹੜਾ ਚੰਦਰਮਾ ਉਹਨਾਂ ਬੱਦਲਾਂ ਦੇ ਉਹਲੇ ਹੋ ਜਾਂਦਾ ਹੈ ਵੀ 16 ਕਲਾ ਵਾਲੇ 'ਚ ਚੰਦਰਮਾ ਦੇ ਸਮਾਨ ਇਹਦੇ ਚਿਹਰੇ ਦੀ ਰੌਣਕ ਬੱਦਲਾਂ ਦੇ ਵੱਧ ਕੀ ਹੈ। ਜੋ ਵਸਤਰ ਉਹਦੇ ਵਿੱਚ ਛੁਪ ਚੁੱਕਿਆ ਹੈ। ਚੌਪਈ ਸ਼੍ਰੀ ਕਲਗੀਧਰ ਸੁਨ ਮੁਸਕਾਈ। ਇਹ ਸਵਈਆ ਸੁਣ ਕਰਕੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਪਰੇ ਦੀਵਾਨ ਦੇ ਵਿੱਚ ਬੜਾ ਮੁਸਕਰਾਉਣ ਲੱਗ ਪਏ ਸੀ। ਕਹਿ ਚੰਦਨ ਕੋ ਗਰਭ ਗਵਾਈ। ਜਿਹੜਾ ਸੀ ਚੰਦਨ ਕਵੀ ਮਹਾਰਾਜ ਨੇ ਬਚਨ ਕਹਿ ਕੇ ਇਹਦੇ ਮਨ ਦਾ ਜਿਹੜਾ ਮਾਣ ਹੰਕਾਰ ਦੂਰ ਕਰ ਦਿੱਤਾ ਹੈ। ਇਸ ਜੈਸਨ ਕੋ ਅਰਥ ਵਿਚਾਰਨ। ਮਹਾਰਾਜ ਕਹਿ ਲੱਗਿਆ ਚੰਦਨ ਕਵੀ ਇਹੋ ਜਿਹੇ ਸਵਈਆਂ ਦੇ ਜਿਹੜੇ ਅਰਥ ਵਿਚਾਰਨ ਕਰਨੇ ਹਨ। ਹਮਰੇ ਕਾਹੀ ਕਰਹਿ ਉਚਾਰਨ। ਜਦੋਂ ਨਾ ਆ ਸਾਡੇ ਸੇਵਾਦਾਰ ਘੋੜਿਆਂ ਦੇ ਕਾਹੀ ਬਾਹਰ ਦੂਰ ਕਿਤੇ ਘਾਹ ਵਗੈਰਾ ਖੋਤਣ ਜਾਂਦੇ ਨੇ ਉਹ ਜੇ ਸਵਈਆਂ ਦੇ ਧਾਰ ਤੋਂ ਆਪਸ ਵਿੱਚ ਹੀ ਕਰਦੇ ਰਹਿੰਦੇ ਹਨ। ਇਹ ਲਾਇਕ ਕਵੀਆਂ ਕੇ ਨਾਹੀ। ਇਹ ਜਿਹੜਾ ਤੇਰਾ ਰਚਿਆ ਹੋਇਆ ਸਵਈਆ ਨਾ ਕੋਈ ਸਿਆਣੇ ਜਾਂ ਫਿਰ ਉੱਚ ਕੋਟੀ ਦੇ ਕਵੀਆਂ ਦੇ ਲਾਇਕ ਨਹੀਂ ਹੈ। ਮਿਲ ਆਪਸ ਮਹਿ ਕਰਤੀ ਕਾਹੀ। ਉਹ ਸਾਡੇ ਜਿਹੜੇ ਘੋੜਿਆਂ ਦੇ ਕਾਹੀ ਇਹੋ ਜਿਹੇ ਸਵਈਆਂ ਦੇ ਧਾਰ ਤੋਂ ਉੱਥੇ ਫਿਰ ਬਾਹਰ ਖੇਤਾਂ ਦੇ ਵਿੱਚ ਤੁਰਦੇ ਫਿਰਦੇ ਕਰਦੇ ਰਹਿੰਦੇ ਹਨ। ਛੰਦ ਸਭਾ ਹਮਰੀ ਮਹਿ ਸਰਸਤ। ਪਰ ਸਾਡੀ ਸਭਾ ਦੇ ਵਿੱਚ ਤਾਂ ਇਹੋ ਜਿਹੇ ਛੰਦਾਂ ਦੀ ਵਰਖਾ ਹੁੰਦੀ ਰਹਿੰਦੀ ਹੈ। ਜਿਨ ਕੇ ਪਾਠ ਕਰੇ ਰਸ ਬਰਸਤ। ਜਦੋਂ ਵੀ ਉਹ ਕਵੀ ਜਨ ਚਾਹੇ ਕਵਿਤਾ ਚਾਹੇ ਸਵਈਆ ਜਦੋਂ ਵੀ ਨਾ ਇਹ ਜ਼ੁਬਾਨ ਤੋਂ ਬੋਲਦੇ ਹਨ ਬੜਾ ਰਸ ਤੇ ਬੜੀ ਮਸਤੀ ਦੂਜਿਆਂ ਨੂੰ ਵੀ ਪ੍ਰਾਪਤ ਹੋ ਜਾਂਦੀ ਹੈ। ਜਦੋਂ ਸਾਡੇ ਜਿਹੜੇ ਕਵੀ ਇਹੋ ਜਿਹੇ ਕਵਿਤ ਚੌਪੀ ਬੜੇ ਸੋਹਣੇ ਛੰਦਾਂ ਬਣਾ ਕੇ ਸੰਗਤਾਂ ਨੂੰ ਸੁਣਾਉਂਦੇ ਹਨ। ਕਵੀਆਂ ਕੀ ਹਮਰੇ ਹੈ ਦਾਸ। ਸਤਿਗੁਰੂ ਜੀ ਨੇ ਵਚਨ ਕੀਤਾ ਇਹਦੇ ਮਨ ਦਾ ਜਿਹੜਾ ਮਾਨ ਹੰਕਾਰ ਦੂਰ ਕਰਨ ਦੇ ਲਈ ਵੀ ਉਹ ਜਿਹਾ ਸਵਈਆ ਤਾਂ ਸਾਡੇ
ਜਿਹੜੇ ਘੋੜਿਆਂ ਦੇ ਉੱਪਰ ਘਾਈ ਰੱਖੇ ਹੋਏ ਨੇ ਉਹ ਵੀ ਰਚ ਲੈਂਦੇ ਹਨ। ਪਟਤ ਸੁਨਤ ਆਨਤ ਜਬ ਕਾਸ, ਜਦੋਂ ਵੀ ਕਿਤੇ ਨਾ ਉਹਨਾਂ ਨੇ ਦੌਰ ਘੋੜਿਆਂ ਦੇ ਲਈ ਘਾਹ ਖੋਤਣ ਜਾਣਾ ਹੁੰਦਾ ਹੈ, ਔਰ ਰਾਹ 'ਚ ਹੀ ਇਹੋ ਜਿਹੇ ਬਥੇਰੇ ਕੁਵਿਤ ਸਵਈਏ ਉਹ ਰਚ ਲੈਂਦੇ ਹਨ। ਚੰਦਨ ਕਬ ਗੁਰ ਕੇ ਬਚ ਸੁਨੇ, ਜਦੋਂ ਚੰਦਨ ਕਵੀ ਨੇ ਦਸ਼ਮੇਸ਼ ਪਿਤਾ ਦੇ ਹੋ ਜੇ ਬਚਨ ਕੰਨਾਂ ਦੇ ਨਾਲ ਸੁਣੇ ਸਨ। ਬੋਲਿਓ ਧਰ ਕਰ ਅਚਰਜ ਕਨੀ, ਇਹਦੇ ਮਨ ਦੇ ਵਿੱਚ ਤਾਂ ਬੜੀ ਹੈਰਾਨਗੀ ਹੋ ਗਈ ਵੀ ਘੋੜਿਆਂ ਦੇ ਕਾਹੀ ਇਹੋ ਜਿਹੇ ਕਵਿਤਾ ਸਵਈਆਂ ਦੇ ਕਿਵੇਂ ਅਰਥ ਕਰ ਸਕਦੇ ਹਨ। ਇੱਕ ਕਾਹੀ ਕੋ ਲਿਹੋ ਬੁਲਾਈ, ਕਹਿ ਲੱਗਿਆ ਮਹਾਰਾਜ ਫਿਰ ਇੱਕ ਕਾਹੀ ਨੂੰ ਬੁਲਾਓ, ਤਾਂ ਫਿਰ ਪਤਾ ਵੀ ਲੱਗ ਜਾਣਾ ਹੈ। ਜੋ ਇਸਕੇ ਦੇ ਅਰਥ ਸੁਨਾਈ, ਜਿਨ੍ਹਾਂ ਸੇਵਕਾਂ ਦਾਸਾਂ ਘੋੜਿਆਂ ਦੇ ਕਾਈਆਂ ਦੀ ਨਾ ਆਪਣੇ ਤਾਰੀਫ ਕੀਤੀ ਆ, ਉਹਨੂੰ ਬੁਲਾ ਲਓ, ਪਤਾ ਲੱਗ ਜਾਏਗਾ ਵੀ ਇਹਦੇ ਅਰਥ ਕਰ ਸਕਦਾ ਹੈ ਜਾਂ ਨਹੀਂ ਕਰ ਸਕੇਗਾ। ਜਿਸ ਤੇ ਆਵੈ ਮੋਹਿ ਪ੍ਰਤੀਤ, ਜਦੋਂ ਮੈਂ ਸਾਹਮਣੇ ਇਸ ਦੇ ਅਰਥ ਸੁਣ ਲਓ ਫਿਰ ਹੀ ਮੇਰੇ ਮਨ ਦੇ ਵਿੱਚ ਯਕੀਨ ਭਰੋਸਾ ਪੈਦਾ ਹੋ ਜਾਏਗਾ। ਸਭਾ ਗੁਰੂ ਕੀ ਹੈ ਕਬ ਜੀਤ, ਇਹ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦੀ ਜਿਹੜੀ ਸਭਾ, ਇਹ ਤਾਂ ਬਹੁਤ ਵੱਡੇ ਵੱਡੇ ਕਵੀਆਂ, ਬਹੁਤ ਵੱਡੇ ਵੱਡੇ ਵਿਦਵਾਨਾਂ ਨੂੰ ਵੀ ਜਿੱਤਣ ਵਾਲੀ ਹੈ। ਹੇਮ ਲਸ਼ਟ ਕਾ ਜੁਤ ਤਹ ਖੜਿਓ, ਉੱਥੇ ਮਹਾਰਾਜ ਦੇ ਨੇੜੇ ਹੀ ਇੱਕ ਸੋਨੇ ਦੀ ਚੋਬ ਪਕੜ ਕਰਕੇ ਜਿਹੜਾ ਪਹਿਰੇਦਾਰ ਖੜਾ ਸੀ, ਰੱਬ ਸੁਨ ਤਾਹੇ ਪਠਾਵਨ ਕਰਿਓ, ਸਤਿਗੁਰੂ ਜੀ ਨੇ ਇਹਦੇ ਪਾਸੋਂ ਸੁਣ ਕੇ ਉਸ ਪਹਿਰੇਦਾਰ ਨੂੰ ਭੇਜਣਾ ਕੀਤਾ ਹੈ। ਅਨੋ ਧੰਨਾ ਸਿੰਘ ਹਕਾਰ, ਗੁਰੂ ਕਲਗੀਧਰ ਸੱਚੇ ਪਾਤਸ਼ਾਹ ਕਹਿ ਲੱਗਾ ਗੁਰਮੁਖਾ ਵੀ ਆਪਣਾ ਜਿਹੜਾ ਭਾਈ ਧੰਨਾ ਸਿੰਘ ਬਹੁਤ ਵੱਡਾ ਮਹਾਨ ਕਵੀ ਲਖਾਰੀ ਹੈ, ਤੇ ਉਹਨੂੰ ਸਾਡੇ ਪਾਸ ਬੁਲਾ ਕਰਕੇ ਲਿਆਉਣਾ ਹੈ। ਇਸ ਹੀ ਚਿੰਨ ਕੁਛ ਲੱਗੈ ਨਾ ਬਾਰ, ਜਾ ਕਰਕੇ ਉਹਨੂੰ ਕਹਿ ਦੀ ਵੀ ਤੈਨੂੰ ਹੁਣੇ ਹੀ ਸਤਿਗੁਰੂ ਜੀ ਨੇ ਆਪਣੇ ਦਰਬਾਰ ਦੇ ਵਿੱਚ ਬੁਲਾਇਆ। ਸਤਿਗੁਰ ਹੁਕਮ ਮਾਨ ਸੋ ਗਇਓ, ਉਹ ਜਿਹੜਾ ਗੁਰ ਸਿੱਖ ਮਹਾਰਾਜ ਦੀ ਆਗਿਆ ਮੰਨ ਕਰਕੇ ਉਸ ਦਿਸ਼ਾ ਦੇ ਵੱਲ ਚਲਿਆ ਗਿਆ ਸੀ। ਧੰਨਾ ਸਿੰਘ ਸੰਗ ਕਹਿ ਦਇਓ, ਜਾ ਕਰਕੇ ਸਾਰੀ ਗੱਲਬਾਤ ਇਹਨੇ ਪਹਿਲਾਂ ਹੀ ਭਾਈ ਧੰਨਾ ਸਿੰਘ ਜੀ ਨੂੰ ਦੱਸਿਆ ਵੀ ਕਿਹੋ ਜਿਹਾ ਮਾਨੀ ਹੰਕਾਰੀ ਜਿਹੜਾ ਚੰਦਨ ਕਵੀ ਉਹ ਸਤਿਗੁਰੂ ਜੀ ਦੇ ਦਰਬਾਰ ਦੇ ਵਿੱਚ ਪਹੁੰਚਿਆ ਹੋਇਆ ਹੈ। ਸੁਣ ਕੇ 300 ਬੂਝਨ ਕੀਨਾ, ਇਹ ਸੁਣ ਕਰਕੇ ਭਾਈ ਧੰਨਾ ਸਿੰਘ ਜੀ ਪੁੱਛਣ ਲੱਗੇ ਵੀ ਕੀ ਗੱਲ ਹੋ ਗਈ, ਇਤਨੀ ਜਲਦੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਮੈਨੂੰ ਕਾਹਦੇ ਵਾਸਤੇ ਬੁਲਾਇਆ। ਹੁਣ ਜਿਸ ਪ੍ਰਕਾਰ ਭਾਈ ਧੰਨਾ ਸਿੰਘ ਜੀ ਨੇ ਵੀ ਮਹਾਰਾਜ ਦੇ ਪਾਸ ਹਾਜ਼ਰ ਹੋਣਾ ਹੈ, ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਏਗੀ। ਇਉਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਤਾ ਗੱਦੀ 'ਤੇ ਬਿਰਾਜਮਾਨ ਹੋ ਕਰਕੇ ਆਪਣੇ ਪਵਿੱਤਰ ਉਪਦੇਸ਼ ਅਤੇ ਦਰਸ਼ਨਾਂ ਦੁਆਰਾ ਵਡਭਾਗਿਆ ਗੁਰ ਸਿੱਖਾਂ ਤਾਈਂ ਨੇ ਹਾਲ ਕਰ ਰਹੇ ਨੇ। ਸਤਿਗੁਰ ਹੁਕਮ ਮਾਨ ਸੋ ਗਇਓ, ਧੰਨਾ ਸਿੰਘ ਸੰਗ ਕਹਿ ਦਇਓ, ਸਤਿਗੁਰ ਹੁਕਮ ਮਾਨ ਸੋ ਗਇਓ, ਧੰਨਾ ਸਿੰਘ ਸੰਗ ਕਹਿ ਦਇਓ। हे ਚੌਥੇ ਪਰ ਬ੍ਰਹਮਾ ਅਵਨਾਸੀ ਅਗ ਨਾਸ हे ਪੂਰਨ